ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇਹ ਲੈਸਨ, ਅੱਜ ਦੀ ਇਹ ਕਲਾਸ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ, ਕੰਸਟਰਕਸ਼ਨ। ਉਸ ਚੈਪਟਰ ਦੇ ਵਿੱਚੋਂ ਅੱਜ ਅਸੀਂ ਦੋ ਰਚਨਾਵਾਂ, ਦੋ ਸਵਾਲ ਜਿਹੜੇ ਅੱਜ ਦੇ ਇਸ ਲੈਸਨ ਦੇ ਵਿੱਚ ਹੱਲ ਕਰਾਂਗੇ। ਤੋ ਸਵਾਲ ਕਰਨ ਦੇ ਲਈ ਤੁਹਾਡੇ ਕੋਲ ਨੋਟਬੁੱਕ, ਪੈਨ, ਪੈਨਸਿਲ ਤੇ ਜਿਓਮੈਟਰੀ ਬਾਕਸ ਦਾ ਸਾਰਾ ਸਮਾਨ ਜਿਹੜਾ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਹਰ ਇੱਕ ਚੀਜ਼, ਹਰ ਇੱਕ ਸਟੈਪ ਨੂੰ ਤੁਸੀਂ ਮੇਰੇ ਨਾਲ ਜਿਹੜਾ ਹੈ ਪਰਫਾਰਮ ਵੀ ਕਰ ਸਕੋ। ਠੀਕ ਹੈ ਸਟੂਡੈਂਟਸ, तो आओ शुरू करते हैं ਅੱਜ ਦਾ ਲੈਸਨ ਤੇ ਦੇਖਦੇ ਹਾਂ ਸਭ ਤੋਂ ਪਹਿਲਾ ਸਵਾਲ। ਸੋ ਅੱਜ ਦਾ ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। 4 ਸੈਂਟੀਮੀਟਰ, 5 ਸੈਂਟੀਮੀਟਰ ਅਤੇ 6 ਸੈਂਟੀਮੀਟਰ ਭੁਜਾਵਾਂ ਵਾਲੇ ਇੱਕ ਤ੍ਰਿਭੁਜ ਦੀ ਰਚਨਾ ਕਰੋ ਅਤੇ ਇਸ ਦੇ ਸਮਰੂਪ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ ਦਿੱਤੇ ਹੋਏ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 2/3 ਗੁਣਾ ਹੋਣ। ਠੀਕ ਹੈ, ਤੋ ਇਹਦੇ ਵਿੱਚ ਅਸੀਂ ਦੋ ਤ੍ਰਿਭੁਜਾਂ ਦੀ ਰਚਨਾ ਕਰਨੀ ਹੈ। ਪਹਿਲਾਂ ਅਸੀਂ ਇਹ ਵਾਲਾ ਤ੍ਰਿਭੁਜ ਜਿਹੜਾ ਹੈ 4 ਸੈਂਟੀਮੀਟਰ, 5 ਸੈਂਟੀਮੀਟਰ ਤੇ 6 ਸੈਂਟੀਮੀਟਰ ਭੁਜਾਵਾਂ ਵਾਲੇ ਇੱਕ ਤ੍ਰਿਭੁਜ ਦੀ ਰਚਨਾ ਕਰਾਂਗੇ। ਉਸ ਤੋਂ ਬਾਅਦ ਅਸੀਂ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰਾਂਗੇ ਜਿਸ ਦੀਆਂ ਭੁਜਾਵਾਂ ਪਹਿਲੀ ਤ੍ਰਿਭੁਜ ਦੀਆਂ ਭੁਜਾਵਾਂ ਸੰਗਤ ਭੁਜਾਵਾਂ ਦਾ 2/3 ਗੁਣਾ ਹੋਣਗੀਆਂ। ਠੀਕ ਹੈ, ਤੋ ਆਓ ਸਭ ਤੋਂ ਪਹਿਲਾਂ ਅਸੀਂ ਰਚਨਾ ਕਰਦੇ ਹਾਂ। ਉਸ ਤੋਂ ਬਾਅਦ ਫਿਰ ਰਚਨਾ ਦਾ ਹਰ ਇੱਕ ਸਟੈਪ, ਇੱਕ ਇੱਕ ਜਿਹੜਾ ਹੈ ਆਪਾਂ ਰਚਨਾ ਦੇ ਪੱਗ ਹੈ ਉਹ ਸਾਰੇ ਲਿਖਾਂਗੇ ਜਿਵੇਂ ਜਿਵੇਂ ਅਸੀਂ ਪਰਫਾਰਮ ਕਰਾਂਗੇ। ਤੋਂ ਪਹਿਲਾਂ ਅਸੀਂ ਰਚਨਾ ਕਰਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਅਸੀਂ 4 ਸੈਂਟੀਮੀਟਰ, 5 ਸੈਂਟੀਮੀਟਰ ਅਤੇ 6 ਸੈਂਟੀਮੀਟਰ ਵਾਲੀ ਇੱਕ ਤ੍ਰਿਭੁਜ ਦੀ ਜਿਹੜੀ ਰਚਨਾ ਕਰਾਂਗੇ। ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਹੇਠਾਂ ਜਿਹੜੀ ਭੁਜਾ ਹੈ 5 ਸੈਂਟੀਮੀਟਰ ਉਹ ਖਿੱਚਾਂਗੇ ਸਕੇਲ ਦੀ ਮਦਦ ਦੇ ਨਾਲ। ਤੋ ਇਹ ਸਾਡੇ ਕੋਲ ਜਿਹੜਾ ਰੇਖਾਖੰਡ ਹੈ ਉਹ 5 ਸੈਂਟੀਮੀਟਰ ਹੋ ਜਾਂਦਾ ਹੈ। ਰੇਖਾਖੰਡ BC 5 ਸੈਂਟੀਮੀਟਰ। ਹੁਣ ਇਸ ਤ੍ਰਿਭੁਜ ਦੀ ਇੱਕ ਭੁਜਾ ਅਸੀਂ 4 ਸੈਂਟੀਮੀਟਰ ਬਣਾਉਣੀ ਹੈ ਤੇ ਦੂਸਰੀ ਜਿਹੜੀ ਭੁਜਾ ਹੈ ਉਹ 6 ਸੈਂਟੀਮੀਟਰ ਬਣਾਉਣੀ ਹੈ। ਤਾਂ ਉਹਦੇ ਲਈ ਅਸੀਂ ਪ੍ਰਕਾਰ ਨੂੰ 4 ਸੈਂਟੀਮੀਟਰ ਖੋਲਾਂਗੇ। B ਬਿੰਦੂ ਤੋਂ 4 ਸੈਂਟੀਮੀਟਰ ਅਰਧ ਵਿਆਸ ਦੀ ਅਸੀਂ ਚਾਪ ਜਿਹੜੀ ਇੱਕ ਲਗਾਵਾਂਗੇ। ਹੁਣ ਇਸੇ ਢੰਗ ਦੇ ਨਾਲ 6 ਸੈਂਟੀਮੀਟਰ ਭੁਜਾ ਬਣਾਉਣ ਦੇ ਲਈ ਪ੍ਰਕਾਰ ਦਾ ਮੂੰਹ ਜਿਹੜਾ ਅਸੀਂ 6 ਸੈਂਟੀਮੀਟਰ ਖੋਲ ਲਵਾਂਗੇ ਸਕੇਲ ਦੀ ਮਦਦ ਦੇ ਨਾਲ, ਤੁਸੀਂ ਦੇਖ ਸਕਦੇ ਹੋ। ਤੇ C ਬਿੰਦੂ ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਅਰਧ ਵਿਆਸ ਦੀ ਚਾਪ ਲਗਾਵਾਂਗੇ ਜਿਹੜੀ ਕਿ ਪਿਛਲੀ ਚਾਪ ਨੂੰ ਜਿਸ ਬਿੰਦੂ ਤੇ ਕੱਟੇਗੀ ਇਸ ਬਿੰਦੂ ਦਾ ਨਾਮ ਅਸੀਂ A ਰੱਖ ਦਿਆਂਗੇ। AB ਤੇ AC ਨੂੰ ਜੁਆਇਨ ਕਰਾਂਗੇ। ਇਸੇ ਢੰਗ ਦੇ ਨਾਲ A ਤੇ C ਨੂੰ ਵੀ ਜੁਆਇਨ ਕਰਾਂਗੇ। ਹੁਣ ਇਹ ਸਾਡੇ ਕੋਲ ਮੁੱਢਲੀ ਤ੍ਰਿਭੁਜ ਜਿਹੜੀ ਬਣ ਜਾਂਦੀ ਜਿਹਦੀ ਇੱਕ ਭੁਜਾ ਜਿਹੜੀ ਸਾਡੇ ਕੋਲ 4 ਸੈਂਟੀਮੀਟਰ ਹੈ। ਦੂਸਰੀ BC ਭੁਜਾ 5 ਸੈਂਟੀਮੀਟਰ ਤੇ AC ਜਿਹੜੀ ਭੁਜਾ ਹੈ ਉਹ 6 ਸੈਂਟੀਮੀਟਰ ਹੈ। ਠੀਕ ਹੈ, ਤੋ ਸਵਾਲ ਦੇ ਅਨੁਸਾਰ, ਪ੍ਰਸ਼ਨ ਦੇ ਅਨੁਸਾਰ ਹੁਣ ਅਸੀਂ ਇੱਕ ਐਸੀ ਤ੍ਰਿਭੁਜ ਦੀ ਰਚਨਾ ਕਰਨੀ ਹੈ ਜਿਹੜੀ ਇਸ ਤ੍ਰਿਭੁਜ ਦੇ ਸਮਰੂਪ ਹੋਏ ਤੇ ਉਸ ਤ੍ਰਿਭੁਜ ਦੀਆਂ ਜਿਹੜੀਆਂ ਭੁਜਾਵਾਂ ਨੇ ਉਹ ਇਸ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 2/3 ਗੁਣਾ ਹੋਣ। ਠੀਕ ਹੈ, ਹੁਣ ਅਸੀਂ B ਬਿੰਦੂ ਤੇ BC ਨੂੰ ਨਿਊਨ ਕੋਣ ਬਣਾਉਂਦੀ ਕਿਰਨ ਜਿਹੜੀ ਉਹ ਹੇਠਾਂ ਅਸੀਂ BX ਖਿੱਚਾਂਗੇ। ਕਿਉਂਕਿ ਹੁਣ ਜਿਹੜੀ ਅਸੀਂ ਤ੍ਰਿਭੁਜ ਬਣਾਉਣੀ ਹੈ ਉਸ ਦੀਆਂ ਭੁਜਾਵਾਂ ਇਸ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 2/3 ਗੁਣਾ ਹੋਣਗੀਆਂ। ਤੋ 2/3 ਜਿਹੜਾ ਸਾਡੇ ਕੋਲ ਹਰ ਹੈ ਉਨੀ ਹੀ ਗਿਣਤੀ ਦੇ ਅਸੀਂ ਇੱਥੇ ਬਰਾਬਰ ਦੂਰੀ ਦੇ ਉੱਤੇ 3 ਬਿੰਦੂ ਜਿਹੜੇ ਲਵਾਂਗੇ। ਪ੍ਰਕਾਰ ਨੂੰ ਅਸੀਂ ਇੱਕ ਜਗ੍ਹਾ ਤੇ ਫਿਕਸ ਕਰ ਲਵਾਂਗੇ ਤੇ B ਤੋਂ ਇੱਥੇ ਅਸੀਂ ਪਹਿਲਾਂ ਇੱਕ ਜਿਹੜਾ ਕੱਟ ਹੈ ਉਹ ਲਗਾਵਾਂਗੇ, ਫਿਰ ਦੂਸਰਾ ਕੱਟ ਲਗਾਵਾਂਗੇ ਤੇ ਫਿਰ ਤੀਸਰਾ ਕੱਟ ਲਗਾਵਾਂਗੇ। ਠੀਕ ਹੈ, ਇਹ ਸਾਡੇ ਕੋਲ ਬਿੰਦੂ B1
B2 ਤੇ B3 ਬਣ ਜਾਣਗੇ। ਹੁਣ ਅਸੀਂ B3C ਨੂੰ ਮਿਲਾ ਦਿਆਂਗੇ। ਹੁਣ B2 ਤੋਂ B3C ਦੇ ਸਮਾਨਾਂਤਰ ਇੱਕ ਰੇਖਾਖੰਡ ਅਸੀਂ ਇੱਥੇ ਖਿੱਚਾਂਗੇ, ਜਿਹੜਾ ਕਿ ਰੇਖਾਖੰਡ BC ਨੂੰ ਬਿੰਦੂ C ਡੈਸ਼ ਦੇ ਉੱਤੇ ਕੱਟੇਗਾ। ਉਹ ਬਣਾਉਣ ਦੇ ਲਈ ਅਸੀਂ ਇੱਥੇ ਜਿਹੜੇ ਸੰਗਤ ਕੋਣ ਹੈ ਉਹ ਬਰਾਬਰ ਕਰਾਂਗੇ। ਇੱਥੇ ਅਸੀਂ ਕੋਣ ਜਿਹੜਾ ਬਣਾਵਾਂਗੇ, तो जिन्नी ये चाप लगाई गई है उन्नी ही प्रकार खोल के B2 तो असी एक चाप जी लगावांगे। हुण जिन्ना कोण ये साडे कोल बनिया है इसे दे समान इत्थे जिहड़ा कोण असी बनावांगे। हुण बिंदु B2 तो इत्थे असी रेखा लगावांगे जिहड़ी कि B3C दे समानांतर होएगी। इस बिंदु का नाम असी C डैश रख देंगे। हुण इसे ढंग दे नाल C डैश तो असी CA दे समानांतर एक रेखा जिहड़ी इत्थे खिंचांगे। ਉਹਦੇ ਲਈ ਪਹਿਲਾਂ ਦੀ ਤਰ੍ਹਾਂ ही ਇੱਥੇ भी बिंदु C ਤੇ एक चाप ਅਸੀਂ लगावांगे ਤੇ एक चाप बिंदु C डैश तो लगावांगे। इस कोण ਦੇ समान ਇਹ ਅਸੀਂ ਦੂਜਾ ਕੋਣ ਜਿਹੜਾ ਉਹ ਖਿੱਚਾਂਗੇ। ਹੁਣ C डैश ਤੋਂ ਰੇਖਾ ਅਸੀਂ ਖਿੱਚਾਂਗੇ ਜਿਹੜੀ ਕਿ CA ਦੇ ਸਮਾਨਾਂਤਰ ਹੋਏਗੀ। ਇਹ ਰੇਖਾ C डैश ਤੋਂ ਸ਼ੁਰੂ ਹੋ ਕੇ AB ਨੂੰ ਜਿਸ ਬਿੰਦੂ ਤੇ ਕੱਟਦੀ ਹੈ ਇਸ ਬਿੰਦੂ ਦਾ ਨਾਮ ਅਸੀਂ A डैश ਰੱਖ ਦਿਆਂਗੇ। तो ਹੁਣ ਇਹ ਜਿਹੜੀ ਤ੍ਰਿਭੁਜ ਸਾਡੇ ਕੋਲ A डैश B C डैश ਹੈ ਇਸ ਦੀਆਂ ਭੁਜਾਵਾਂ A B C ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 2/3 ਗੁਣਾ ਹਨ। सो विद्यार्थियों रचना तो बाद हुण असी रचना के पग जिहड़े ने स्टैप्स ऑफ कंस्ट्रक्शन वो सारे एक एक करके असी लिखांगे। ठीक है, रचना दे पग। सो सब तो पहला स्टैप असी ये कीता सी कि 5 सेंटीमीटर लंबा एक BC जिहड़ा रेखाखंड सी वो खिंचिया सी। ठीक है, तो असी इत्थे लिखांगे 5 सेंटीमीटर लंबा एक रेखाखंड BC खिंचो। उस तो बाद दूजा स्टैप साडे कोल सी कि B ਨੂੰ ਕੇਂਦਰ ਮੰਨ ਕੇ ਅਸੀਂ 4 ਸੈਂਟੀਮੀਟਰ ਅਰਧ ਵਿਆਸ ਦੀ ਇੱਕ ਚਾਪ ਜਿਹੜੀ ਲਗਾਈ ਸੀ ਤੇ C ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਅਰਧ ਵਿਆਸ ਦੀ ਇੱਕ ਚਾਪ ਲਗਾਈ ਸੀ। ਇਹ ਦੋਨੋਂ ਚਾਪਾਂ ਜਿਸ ਬਿੰਦੂ ਤੇ ਕੱਟੀਆਂ ਉਸ ਬਿੰਦੂ ਦਾ ਨਾਮ ਅਸੀਂ A ਰੱਖ ਲਿਆ ਸੀ। तो ਅਸੀਂ ਇੱਥੇ ਲਿਖਾਂਗੇ ਕਿ ਬਿੰਦੂ B ਨੂੰ ਕੇਂਦਰ ਮੰਨ ਕੇ ਬਿੰਦੂ B ਨੂੰ ਕੇਂਦਰ ਮੰਨ ਕੇ 4 ਸੈਂਟੀਮੀਟਰ ਅਤੇ ਬਿੰਦੂ C ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਅਰਧ ਵਿਆਸ ਦੀਆਂ दो चापां लगाओ
जो कि आपस विच बिंदु ए ते कट्टण, जो कि आपस विच बिंदु ए ते कट्टण। ठीक है, तो ਇਹਦੇ ਨਾਲ ਸਾਡੇ ਕੋਲ त्रिभुज ए बी सी ਜਿਹੜੀ ਪਹਿਲੀ त्रिभुज ਹੈ ਉਸ ਦੀ ਰਚਨਾ ਜਿਹੜੀ ਹੋ ਜਾਂਦੀ ਹੈ। ਠੀਕ ਹੈ, ਇਸ ਤੋਂ ਬਾਅਦ ਬਿੰਦੂ B ਤੇ BC ਦੇ ਨਾਲ ਨਿਊਨ ਕੋਣ ਬਣਾਉਂਦੀ ਇੱਕ ਕਿਰਨ BX ਹੇਠਾਂ ਅਸੀਂ ਜਿਹੜੀ ਖਿੱਚੀ ਸੀ, ਤੋਂ ਇੱਥੇ ਅਸੀਂ ਲਿਖ ਦਿਆਂਗੇ ਬਿੰਦੂ B ਤੇ ਬਿੰਦੂ B ਤੋਂ BC ਨਾਲ ਨਿਊਨ ਕੋਣ ਬਣਾਉਂਦੀ ਇੱਕ ਕਿਰਨ BX खिंचो। ठीक है, किरण BX उत्ते तीन बिंदु B1 B2 ਅਤੇ B3 इस तरह लो कि B1 बराबर B1 B2 बराबर B2 B3 ਹੋਵੇ। ठीक है, प्रकार की मदद ਦੇ ਨਾਲ ਅਸੀਂ ਤਿੰਨ ਬਿੰਦੂ ਜਿਹੜੇ ਇੱਥੇ ਲਏ ਸਨ। ਉਸ ਤੋਂ ਬਾਅਦ ਅਗਲਾ ਸਟੈਪ ਸੀ ਕਿ B3 ਨੂੰ C ਨਾਲ ਮਿਲਾਓ ਅਤੇ B2 ਤੋਂ B3C ਦੇ ਸਮਾਨਾਂਤਰ ਇੱਕ ਰੇਖਾ ਜਿਹੜੀ ਅਸੀਂ ਖਿੱਚਣੀ ਹੈ ਜਿਹੜੀ ਕਿ BC ਨੂੰ C ਡੈਸ਼ ਤੇ ਕੱਟੇ। ਠੀਕ ਹੈ, तो B3 ਨੂੰ C ਨਾਲ ਮਿਲਾਓ। ਅਗਲਾ ਪੰਜਵਾਂ ਸਟੈਪ B3 ਨੂੰ C ਨਾਲ ਮਿਲਾਓ ਅਤੇ B2 ਤੋਂ B3C ਦੇ ਸਮਾਨਾਂਤਰ ਇੱਕ ਰੇਖਾ ਖਿੱਚੋ ਜੋ ਕਿ BC ਨੂੰ ਬਿੰਦੂ C ਡੈਸ਼ ਤੇ ਕੱਟੇ। ਇਸ ਤੋਂ ਬਾਅਦ C ਡੈਸ਼ ਤੋਂ CA ਦੇ ਸਮਾਨਾਂਤਰ ਇੱਕ ਅਸੀਂ ਰੇਖਾ ਲਗਾਈ ਜਾਂ ਲਗਾਵਾਂਗੇ ਜਿਹੜੀ ਕਿ BA ਭੁਜਾ ਨੂੰ ਬਿੰਦੂ A ਡੈਸ਼ ਤੇ ਕੱਟੇ। तो अगला जरा पॉइंट है छेवां साढ़े कोल की हो जाएगा बिंदु C डैश तो CA ਦੇ ਸਮਾਨਾਂਤਰ ਇੱਕ ਰੇਖਾ ਲਗਾਓ, ਇੱਕ ਰੇਖਾ ਖਿੱਚੋ ਜੋ ਕਿ AB ਨੂੰ ਬਿੰਦੂ A ਡੈਸ਼ ਤੇ ਕੱਟੇ। ठीक है, तो ये जी त्रिभुज साढ़े कोल A डैश B C डैश बनी है छोटी वाली त्रिभुज ये ही त्रिभुज साढ़े कोल लोड़ींदी त्रिभुज है। दूजी त्रिभुज पहली त्रिभुज साढ़े कोल ABC सी, दूसरी त्रिभुज जिस दियां भुजावां पहली त्रिभुज दियां संगत भुजावां दा 2/3 गुणा है वो साढ़े कोल A डैश B C डैश ये वाली त्रिभुज है। ठीक है, तो A डैश B C डैश लोड़ींदी त्रिभुज है। त्रिभुज A डैश BC डैश लोड़ींदी त्रिभुज है। ठीक है,
ਸੋ ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਅਗਲਾ ਸਵਾਲ ਸਾਡੇ ਕੋਲ ਹੈ, ਇੱਕ ਸਮਕੋਣ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ ਕਰਨ ਦੇ ਇਲਾਵਾ 4 ਸੈਂਟੀਮੀਟਰ ਅਤੇ 3 ਸੈਂਟੀਮੀਟਰ ਲੰਬਾਈ ਵਾਲੀਆਂ ਹੋਣ। ਫਿਰ ਇੱਕ ਹੋਰ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀਆਂ ਭੁਜਾਵਾਂ ਦਿੱਤੇ ਹੋਏ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 5/3 ਗੁਣਾ ਹੋਣ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਅਸੀਂ ਇਹ ਰਚਨਾ ਜਿਹੜੀ ਦੋਨੋਂ ਤ੍ਰਿਭੁਜਾਂ ਦੀ ਉਹ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਫਿਰ ਰਚਨਾ ਦੇ ਪੱਖ ਜਿਹੜੇ ਉਹ ਇੱਕ ਇੱਕ ਕਰਕੇ ਲਿਖਾਂਗੇ। ਠੀਕ ਹੈ, ਤਾਂ ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇੱਕ ਸਮਕੋਣੀ ਤ੍ਰਿਭੁਜ ਬਣਾਵਾਂਗੇ ਜਿਸ ਦੀਆਂ ਕਰਨ ਤੋਂ ਇਲਾਵਾ ਦੂਜੀਆਂ ਦੋਨੋਂ ਜਿਹੜੀਆਂ ਭੁਜਾਵਾਂ ਨੇ ਉਹਨਾਂ ਦੀ ਲੰਬਾਈ 4 ਸੈਂਟੀਮੀਟਰ ਅਤੇ 3 ਸੈਂਟੀਮੀਟਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਰੇਖਾਖੰਡ BC 4 ਸੈਂਟੀਮੀਟਰ ਲਵਾਂਗੇ। ਇਹ ਸਾਡੇ ਕੋਲ ਰੇਖਾਖੰਡ BC ਹੈ ਜਿਸ ਦੀ ਲੰਬਾਈ ਅਸੀਂ 4 ਸੈਂਟੀਮੀਟਰ ਲਈ ਹੈ। ਇਸ ਤੋਂ ਬਾਅਦ B ਦੇ ਉੱਤੇ ਅਸੀਂ 90 ਡਿਗਰੀ ਦਾ ਕੋਣ ਬਣਾਵਾਂਗੇ, ਸਮਕੋਣ ਬਣਾਵਾਂਗੇ। ਤੋ ਬਿੰਦੂ B ਤੇ BC ਦੇ ਨਾਲ ਸਮਕੋਣ ਬਣਾਉਂਦੀ ਕਿਰਨ BX ਜਿਹੜੀ ਅਸੀਂ ਇੱਥੇ ਖਿੱਚ ਰਹੇ ਹਾਂ। ਇਹ ਸਾਡੇ ਕੋਲ ਕੋਣ 90 ਡਿਗਰੀ ਦਾ ਹੋਏਗਾ। ਤੋ ਹੁਣ ਅਸੀਂ BX ਦੇ ਵਿੱਚੋਂ 3 ਸੈਂਟੀਮੀਟਰ ਦਾ ਰੇਖਾਖੰਡ ਜਿਹੜਾ ਕੱਟਾਂਗੇ, ਕਿਉਂਕਿ ਤ੍ਰਿਭੁਜ ਦੀ ਇੱਕ ਭੁਜਾ ਜਿਹੜੀ ਸਾਨੂੰ 4 ਸੈਂਟੀਮੀਟਰ ਤੇ ਦੂਜੀ ਜਿਹੜੀ ਭੁਜਾ ਹੈ ਉਹ 3 ਸੈਂਟੀਮੀਟਰ ਦਿੱਤੀ ਗਈ ਹੈ। ਸੋ ਸਕੇਲ ਦੀ ਮਦਦ ਦੇ ਨਾਲ ਪ੍ਰਕਾਰ ਦਾ ਜਿਹੜਾ ਮੂੰਹ ਹੈ ਉਹ ਅਸੀਂ 3 ਸੈਂਟੀਮੀਟਰ ਖੋਲ੍ਹ ਲੈਣਾ ਹੈ। B ਤੋਂ ਉੱਥੇ ਅਸੀਂ ਇੱਕ ਚਾਪ ਲਗਾਵਾਂਗੇ ਜਿਹਦੇ ਨਾਲ ਸਾਡੇ ਕੋਲ BX ਕਿਰਨ ਦੇ ਵਿੱਚੋਂ ਇੱਕ BA ਰੇਖਾਖੰਡ 3 ਸੈਂਟੀਮੀਟਰ ਦਾ ਜਿਹੜਾ ਹੈ ਉਹ ਕੱਟਿਆ ਜਾਏਗਾ। ਹੁਣ AC ਨੂੰ ਅਸੀਂ ਜੁਆਇਨ ਕਰ ਦਿਆਂਗੇ, ਮਿਲਾ ਦਿਆਂਗੇ। ਤੋ ਇਹ ABC ਸਮਕੋਣੀ ਤ੍ਰਿਭੁਜ ਜਿਹੜੀ ਸਾਡੇ ਕੋਲ ਤਿਆਰ ਹੋ ਜਾਂਦੀ ਹੈ, ਜਿਹਦੀਆਂ ਕਰਨ ਤੋਂ ਇਲਾਵਾ ਦੂਜੀਆਂ ਜਿਹੜੀਆਂ ਦੋਨੋਂ ਭੁਜਾਵਾਂ ਨੇ ਆਧਾਰ ਅਸੀਂ 4 ਸੈਂਟੀਮੀਟਰ ਲਿਆ ਹੈ ਤੇ ਲੰਬ ਜਿਹੜਾ ਹੈ ਉਹ ਅਸੀਂ 3 ਸੈਂਟੀਮੀਟਰ ਲਿਆ ਹੈ। ਹੁਣ ਅਸੀਂ ਇੱਕ ਇਹੋ ਜਿਹੀ ਤ੍ਰਿਭੁਜ ਦੀ ਰਚਨਾ ਕਰਨੀ ਹੈ ਜਿਸ ਦੀਆਂ ਭੁਜਾਵਾਂ ਇਸ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 5/3 ਗੁਣਾ ਹੋਣ। ਉਹਦੇ ਲਈ ਸਭ ਤੋਂ ਪਹਿਲਾਂ ਅਸੀਂ BC ਦੇ ਨਾਲ ਨਿਊਨ ਕੋਣ ਬਣਾਉਂਦੀ ਇੱਕ ਕਿਰਨ ਜਿਹੜੀ BY ਉਹ ਖਿੱਚ ਲਵਾਂਗੇ। ਹੁਣ ਕਿਉਂਕਿ ਜਿਹੜੀ ਤ੍ਰਿਭੁਜ ਅਸੀਂ ਬਣਾਉਣੀ ਹੈ ਉਸ ਦੀਆਂ ਭੁਜਾਵਾਂ ਅਸੀਂ ਇਸ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 5/3 ਗੁਣਾ ਲੈਣਾ ਹੈ। ਤੋ ਇਹਦੇ ਚੋਂ ਜਿਹੜਾ 5 ਅੰਕ ਹੈ ਉਹਦੇ ਸਮਾਨ ਉਨੇ ਹੀ ਗਿਣਤੀ ਦੇ ਜਿਹੜੇ ਬਿੰਦੂ ਅਸੀਂ ਇਸ ਕਿਰਨ ਦੇ ਉੱਤੇ ਲਗਾਵਾਂਗੇ ਸਮਾਨ ਦੂਰੀ ਦੇ ਉੱਤੇ। ਉਹਦੇ ਲਈ ਅਸੀਂ ਪ੍ਰਕਾਰ ਨੂੰ ਇੱਕ ਜਗ੍ਹਾ ਜਿਹੜਾ ਫਿਕਸ ਕਰ ਲਵਾਂਗੇ ਤੇ ਇੱਥੋਂ ਜਿਹੜੇ ਕੱਟ ਲਗਾਉਣੇ ਉਹ ਸ਼ੁਰੂ ਕਰਾਂਗੇ। ਇਸ ਤਰ੍ਹਾਂ ਅਸੀਂ 5 ਬਿੰਦੂ ਜਿਹੜੇ ਸਮਾਨ ਦੂਰੀ ਤੇ ਕਿਰਨ BY ਦੇ ਉੱਤੇ ਲੈਣੇ ਹਨ। ਇਹ ਬਿੰਦੂ ਸਾਡੇ ਕੋਲ B1 ਹੋ ਜਾਏਗਾ, B2, B3, B4 ਤੇ B5।
ਹੁਣ ਅਸੀਂ B3 ਨੂੰ C ਦੇ ਨਾਲ ਮਿਲਾ ਦਿਆਂਗੇ। ਹੁਣ B5 ਜਿਹੜਾ ਬਿੰਦੂ ਹੈ ਇਸ ਤੋਂ ਅਸੀਂ B3C ਦੇ ਸਮਾਨਾਂਤਰ ਇੱਕ ਰੇਖਾ ਖਿੱਚਾਂਗੇ ਜਿਹੜੀ ਕਿ ਵਧੀ ਹੋਈ BC ਨੂੰ ਬਿੰਦੂ C' ਉੱਤੇ ਮਿਲੇਗੀ। ਸੋ ਅਸੀਂ ਸਭ ਤੋਂ ਪਹਿਲਾਂ BC ਨੂੰ ਜਿਹੜਾ ਅੱਗੇ ਵਧਾ ਲੈਂਦੇ ਹਾਂ। ਹੁਣ B5 ਤੋਂ B3C ਦੇ ਸਮਾਨਾਂਤਰ ਰੇਖਾ ਖਿੱਚਣ ਦੇ ਲਈ ਅਸੀਂ ਇੱਥੇ ਜਿਹੜੇ ਦੋ ਬਰਾਬਰ ਕੋਣ ਹੈ ਸਮਾਨ, ਅਸੀਂ ਇਸ ਕੋਣ ਦੇ ਸਮਾਨ ਇੱਕ ਹੋਰ ਕੋਣ B5 ਦੇ ਉੱਤੇ ਬਣਾਵਾਂਗੇ। ਸੋ ਇਸ ਤਰ੍ਹਾਂ B3C ਦੇ ਸਮਾਨਾਂਤਰ ਅਸੀਂ ਰੇਖਾ ਜਿਹੜੀ ਉਹ B5 ਤੋਂ ਲਗਾ ਲਈ ਹੈ। ਤੋ ਇਹ ਰੇਖਾ ਜਿਹੜੀ ਹੈ ਇਹ BC ਵਧੀ ਹੋਈ BC ਨੂੰ ਜਿਸ ਬਿੰਦੂ ਤੇ ਕੱਟੇਗੀ ਉਸ ਬਿੰਦੂ ਦਾ ਨਾਮ ਅਸੀਂ C' ਰੱਖ ਦਿਆਂਗੇ। ਹੁਣ C' ਤੋਂ ਅਸੀਂ ਇੱਕ ਰੇਖਾ CA ਦੇ ਸਮਾਨਾਂਤਰ ਲਗਾਵਾਂਗੇ ਜੋ ਕਿ BX ਕਿਰਨ ਨੂੰ ਬਿੰਦੂ A' ਤੇ ਕੱਟੇਗੀ। ਉਹਦੇ ਲਈ ਅਸੀਂ ਇਸ ਕੋਣ ਦੇ ਸਮਾਨ C' ਦੇ ਉੱਤੇ ਇੱਕ ਕੋਣ ਜਿਹੜਾ ਬਣਾਵਾਂਗੇ। C' ਨੂੰ ਇਸ ਬਿੰਦੂ ਦੇ ਨਾਲ ਮਿਲਾ ਦਿਆਂਗੇ। ਇਹ ਬਿੰਦੂ ਸਾਡੇ ਕੋਲ A' ਹੈ। ਤੋ ਇਸ ਤਰ੍ਹਾਂ ਇਹ ਤ੍ਰਿਭੁਜ ਜਿਹੜੀ A', B, C' ਸਾਡੇ ਕੋਲ ਬਣੀ ਹੈ। ਇਸ ਦੀਆਂ ਭੁਜਾਵਾਂ ਪਹਿਲਾਂ ਵਾਲੀ ਜਿਹੜੀ ਸਾਡੇ ਕੋਲ ਤ੍ਰਿਭੁਜ ਹੈ ABC ਉਸ ਦੀਆਂ ਸੰਗਤ ਭੁਜਾਵਾਂ ਦਾ 5/3 ਗੁਣਾ ਹੋਣਗੀਆਂ। ਸੋ ਰਚਨਾ ਤੋਂ ਬਾਅਦ ਆਓ ਹੁਣ ਰਚਨਾ ਦੇ ਪਗ ਜਿਹੜੇ ਸਟੈਪਸ ਆਫ ਕੰਸਟਰਕਸ਼ਨ ਹੈ ਉਹ ਅਸੀਂ ਇੱਕ ਇੱਕ ਕਰਕੇ ਸਾਰੇ ਇੱਥੇ ਲਿਖਾਂਗੇ। ਹਲ ਰਚਨਾ ਦੇ ਪਗ। ਸੋ ਇਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਜਿਹੜਾ ਸਾਡੇ ਕੋਲ ਸੀ ਉਹ ਕੀ ਸੀ ਕਿ ਅਸੀਂ BC ਰੇਖਾਖੰਡ 4 ਸੈਂਟੀਮੀਟਰ ਲੰਬਾ ਜਿਹੜਾ ਇੱਕ ਖਿੱਚਿਆ ਸੀ। ਠੀਕ ਹੈ, ਤਾਂ 4 ਸੈਂਟੀਮੀਟਰ ਲੰਬਾ ਇੱਕ ਰੇਖਾਖੰਡ BC ਖਿੱਚੋ। ਇਹ ਸਾਡਾ ਪਹਿਲਾ ਸਟੈਪ ਹੋਏਗਾ। 4 ਸੈਂਟੀਮੀਟਰ ਲੰਬਾ ਇੱਕ ਰੇਖਾਖੰਡ BC ਖਿੱਚੋ। ਇਸ ਤੋਂ ਬਾਅਦ ਦੂਜਾ ਸਟੈਪ ਸਾਡੇ ਕੋਲ ਸੀ ਕਿ B ਬਿੰਦੂ ਤੇ BC ਦੇ ਨਾਲ ਸਮਕੋਣ ਬਣਾਉਂਦੀ ਇੱਕ ਕਿਰਨ BX ਖਿੱਚੋ। ਬਿੰਦੂ B ਉੱਤੇ BC ਨਾਲ ਸਮਕੋਣ ਭਾਵ 90 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ BX ਖਿੱਚੋ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਟੈਪ ਕੀ ਕਰਨਾ ਹੈ ਅਸੀਂ ਇਸ ਕਿਰਨ BX ਦੇ ਵਿੱਚੋਂ 3 ਸੈਂਟੀਮੀਟਰ ਲੰਬਾ ਇੱਕ ਰੇਖਾਖੰਡ ਅਸੀਂ ਪ੍ਰਕਾਰ ਦੀ ਮਦਦ ਦੇ ਨਾਲ ਇੱਥੇ ਕੱਟਦੇ ਹਾਂ ਜਿਹੜਾ A ਬਿੰਦੂ ਲਗਾਉਂਦੇ ਹਾਂ ਚਾਪ ਦੇ ਨਾਲ। ਠੀਕ ਹੈ, ਪ੍ਰਕਾਰ ਦਾ ਮੂੰਹ 3 ਸੈਂਟੀਮੀਟਰ ਖੋਲ ਕੇ। ਸੋ ਕਿਰਨ BX ਵਿੱਚੋਂ
किरण BX विचों प्रकार दी मदद नाल प्रकार दी मदद नाल 3 सेंटीमीटर लंबा एक रेखाखंड BA कटो BA कटो ठीक है ਅਤੇ AC ਨੂੰ ਮਿਲਾਓ AC ਨੂੰ ਮਿਲਾਉਣ ਤੋਂ ਬਾਅਦ ਹੁਣ ਇਹ ਸਾਡੇ ਕੋਲੇ ਪਹਿਲੀ ਤ੍ਰਿਭੁਜ ਜਿਹੜੀ ਸਮਕੋਣੀ ਤ੍ਰਿਭੁਜ ਹੈ ਉਹ ਬਣ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਤ੍ਰਿਭੁਜ ਅਸੀਂ ਬਣਾਉਣੀ ਹੈ ਜਿਸ ਦੀਆਂ ਭੁਜਾਵਾਂ ਇਸ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦਾ 5/3 ਗੁਣਾ ਹੋਣਗੀਆਂ ਉਹਦੇ ਲਈ ਅਸੀਂ ਕੀ ਕਰਾਂਗੇ B ਬਿੰਦੂ B ਤੋਂ BC ਦੇ ਨਾਲ ਨਿਊਨ ਕੋਣ ਬਣਾਉਂਦੀ ਇੱਕ ਕਿਰਨ BY ਖਿੱਚਣੀ ਹੈ ਅਸੀਂ ਤਾਂ ਅਸੀਂ ਇੱਥੇ ਲਿਖ ਦਿਆਂਗੇ ਬਿੰਦੂ B ਤੋਂ BC ਨਾਲ ਨਿਊਨ ਕੋਣ ਬਣਾਉਂਦੀ ਇੱਕ ਕਿਰਨ BY ਖਿੱਚੋ ਠੀਕ ਹੈ ਇਸ ਕਿਰਨ ਉੱਤੇ B1 B2 B3 B4 ਅਤੇ B5 ਪੰਜ ਬਿੰਦੂ ਇਸ ਤਰ੍ਹਾਂ ਲਓ ਕਿ B1 ਬਰਾਬਰ ਹੋਵੇ B1 B2 ਦੇ ਬਰਾਬਰ B2 B3 ਬਰਾਬਰ B3 B4 1ਵਾਂ ਪੁਆਇੰਟ ਇੱਥੇ ਲਿਖਾਂਗੇ ਆਪਾਂ B3 ਨੂੰ C ਨਾਲ ਮਿਲਾਓ ਅਤੇ B5 ਤੋਂ B3C ਦੇ ਸਮਾਨ ਅੰਤਰ ਇੱਕ ਰੇਖਾ ਖਿੱਚੋ ਜੋ ਕਿ ਵਧੀ ਹੋਈ BC ਭੁਜਾ ਨੂੰ ਬਿੰਦੂ C' ਤੇ ਕੱਟੇ ਠੀਕ ਹੈ तो B5 ਤੋਂ ਅਸੀਂ B3C ਦੇ ਸਮਾਨ ਅੰਤਰ ਜਿਹੜੀ ਇਹ ਰੇਖਾ ਲਗਾਈ ਜਿਹੜੀ ਕਿ BC ਵਧੀ ਹੋਈ BC ਨੂੰ ਐਕਸਟੈਂਡਡ BC ਨੂੰ ਬਿੰਦੂ C' ਤੇ ਕੱਟ ਰਹੀ ਹੈ ਠੀਕ ਹੈ ਇਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਬਿੰਦੂ C' ਤੋਂ CA ਦੇ ਸਮਾਨ ਅੰਤਰ ਇੱਕ ਰੇਖਾ ਅਸੀਂ ਖਿੱਚਣੀ ਹੈ ਜਿਹੜੀ ਕਿ ਕਿਰਨ BX ਨੂੰ ਬਿੰਦੂ A' ਤੇ ਕੱਟੇ ਠੀਕ ਹੈ ਹਾਂਜੀ ਛੇਵਾਂ ਸਟੈਪ ਬਿੰਦੂ C' ਤੋਂ CA ਭੁਜਾ ਦੇ ਸਮਾਨ ਅੰਤਰ ਇੱਕ ਰੇਖਾ ਖਿੱਚੋ ਜੋ ਕਿ किरण BX ਨੂੰ ਬਿੰਦੂ A ਤੇ ਕੱਟੇ ਬਿੰਦੂ A' ਤੇ ਕੱਟੇ ਬਿੰਦੂ A' ਉੱਤੇ ਕੱਟੇ
ਔਰ ਇਹ ਜਿਹੜੀ ਤ੍ਰਿਭੁਜ A-BC- ਸਾਡੇ ਕੋਲ ਬਣੀ ਹੈ, ਇਹ ਹੀ ਲੋੜੀਂਦੀ ਤ੍ਰਿਭੁਜ ਹੈ ਸਾਡੇ ਕੋਲ ਦੂਜੀ ਤ੍ਰਿਭੁਜ। ਔਰ ਇਸ ਦੀਆਂ ਭੁਜਾਵਾਂ ਪਹਿਲੀ ਤ੍ਰਿਭੁਜ ABC ਦੀਆਂ ਸੰਗਤ ਭੁਜਾਵਾਂ ਦਾ 5/3 ਗੁਣਾ ਹੋਣਗੀਆਂ। ਠੀਕ ਹੈ, ਤਾਂ A-BC- ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ। ਤ੍ਰਿਭੁਜ A-BC- ਲੋੜੀਂਦੀ ਤ੍ਰਿਭੁਜ ਹੈ। ਸੋ ਮੈਨੂੰ ਉਮੀਦ ਹੈ ਕਿ ਦੋਨੋਂ ਰਚਨਾਵਾਂ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਹੋਵੇਗਾ ਤੇ ਨਾਲ ਦੀ ਨਾਲ ਜਿਹੜਾ ਪਰਫਾਰਮ ਵੀ ਕੀਤਾ ਹੋਵੇਗਾ, ਰਚਨਾਵਾਂ ਨੂੰ ਕਰਕੇ ਵੀ ਆਪਣੇ ਆਪ ਦੇਖਿਆ ਹੋਵੇਗਾ। ਸੋ ਵਿਦਿਆਰਥੀਓ, ਇਸ ਤੋਂ ਬਾਅਦ ਅਗਲੇ ਲੈਸਨ ਦੇ ਵਿੱਚ ਅਗਲੀਆਂ 2 ਹੋਰ ਰਚਨਾਵਾਂ ਦੇ ਨਾਲ ਅਸੀਂ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।